संतां के कारज आप खलोया, संतां के कारज हर कम करावण आया राम। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਗਿਆਕਾਰੀ ਸਦਾ ਸੁਖ ਪੁੰਚੇ, ਜਤ ਕਤ ਪੇਖੋ ਹਰ ਗੁਣੀ। ਸ੍ਰਿਸ਼ਟੀ ਸਾਜਨਹਾਰ ਛਿਨ ਮਾਤਰ ਵਿੱਚ ਇਨਸਾਨੀ ਆਤਮਾ ਦਾ ਪਹਿਰਾਵਾ ਬਦਲ ਦੇਣ ਵਾਲਾ, ਪ੍ਰਤੱਖ ਰੂਪ ਵਿੱਚ ਧਰਤੀਆਂ, ਆਕਾਸ਼, ਹਵਾ, ਪਾਣੀ ਅਤੇ ਲੋਕ ਪਰਲੋਕ ਦੀ ਸ਼ਕਲ ਅੰਦਰ ਮਨੁੱਖ ਦੇ ਸਾਹਮਣੇ ਹੈ। ਆਸਾ ਤ੍ਰਿਸ਼ਨਾ ਦੀਆਂ ਲਹਿਰਾਂ ਵਿੱਚ ਗੋਤੇ ਖਾਂਦੇ ਇਨਸਾਨ ਦਾ ਤਮਾਸ਼ਾ ਖੁਦ ਮਹਾਂਪੁਰਖ ਦੇ ਪਹਿਰਾਵੇ ਵਿੱਚ ਆ ਕੇ ਦੇਖਦਾ ਹੈ। ਪੂਰਬਲੇ ਕਰਮਾਂ ਦਾ ਬਲੀ ਇਹੋ ਜਿਹੇ ਮਹਾਂਪੁਰਖਾਂ ਦੀ ਸੇਵਾ ਵਿੱਚ ਆਉਂਦਾ ਹੈ। ਆਗਿਆ ਵਿੱਚ ਰਹਿ ਕੇ ਲੋਕ ਪਰਲੋਕ ਦੇ ਸੁੱਖ ਪ੍ਰਾਪਤ ਕਰਦਾ ਹੈ। ਜਤ ਕਤ ਉਸ ਨੂੰ ਮਹਾਂਪੁਰਖਾਂ ਵਿੱਚੋਂ ਪ੍ਰਭੂ ਦੀ ਝਾਤ ਪੈਂਦੀ ਹੈ। ਇਹੋ ਪ੍ਰਾਪਤ ਕੀਤਾ ਮੁਨਸੀ ਹਰਦਿੱਤ ਸਿੰਘ ਜੀ ਨੇ ਬਾਬਾ ਜੀ ਦੇ ਚਰਨ ਸ਼ਰਨ ਆ ਕੇ। ਮੁਨਸ਼ੀ ਹਰਦਿੱਤ ਸਿੰਘ ਜੀ ਪਟਿਆਲੇ ਦੇ ਰਹਿਣ ਵਾਲੇ ਸਨ। ਆਪ ਨੇ ਆਲਮ ਫਾਜ਼ਲ ਉਰਦੂ ਫਾਰਸੀ ਦੀ ਪੜ੍ਹਾਈ ਕੀਤੀ ਹੋਈ ਸੀ। ਉਸ ਸਮੇਂ ਬੁੱਧੀਮਾਨੀ, ਵਿਦਵਾਨੀ ਅਤੇ ਗਿਆਨੀ ਪੰਜਾਬੀ ਦੀਆਂ ਡਿਗਰੀਆਂ ਸਨ। ਇਸੇ ਤਰ੍ਹਾਂ ਆਪ ਨੇ ਉਰਦੂ ਅਤੇ ਫਾਰਸੀ ਦੀ ਡਿਗਰੀ ਕੀਤੀ ਹੋਈ ਸੀ। ਮੁਨਸ਼ੀ ਜੀ ਪਟਿਆਲੇ ਨੌਕਰੀ ਕਰਦੇ ਸਨ। ਕਿਸੇ ਕਾਰਨ ਆਪ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ। ਬਾਬਾ ਜੀ ਪਾਸ ਨੌਕਰੀ ਲਈ ਬੇਨਤੀ ਕਰਨ ਆਇਆ ਤਾਂ ਬਾਬਾ ਜੀ ਨੇ ਆਪਣੇ ਕੋਲ ਹੀ ਰੱਖ ਲਿਆ ਅਤੇ ਸਰਕਾਰੀ ਨੌਕਰੀ ਦੇ ਬਰਾਬਰ ਦੀ ਤਨਖਾਹ ਦੇਣ ਲੱਗ ਪਏ। ਉਹਨਾਂ ਦਾ ਕੰਮ ਆਈ ਸੰਗਤ ਦੇ ਨਾਮ ਲਿਖਣਾ, ਜਿਸ ਬਾਰੇ ਹੁਕਮ ਹੋਣਾ ਕਿ ਇਸ ਦੇ ਨਾਨਕੇ, ਦਾਦਕੇ, ਸਹੁਰੇ, ਭੂਆ, ਮਾਮੀਆਂ ਆਦਿ ਦੇ ਨਾਮ ਲਿਖੋ, ਉਹ ਮੁਨਸ਼ੀ ਜੀ ਨੇ ਲਿਖਣੇ। ਹਜੂਰ ਨੇ ਜੋ ਅੱਖਰ ਮੁੱਖ ਤੋਂ ਉਚਾਰਨ ਕਰਨਾ ਉਹ ਹੀ ਲਿਖਦਾ, ਵੱਧ ਘੱਟ ਨਹੀਂ। ਮੁਨਸ਼ੀ ਜੀ ਨੇ ਬਾਕੀ ਰਹਿੰਦੀ ਆਜੂ ਇੱਥੇ ਹੀ ਗੁਜ਼ਾਰੀ, ਘਰ ਨਹੀਂ ਗਏ। ਉਸ ਸਮੇਂ ਦੇ ਰਜਿਸਟਰ ਚੁਬਾਰੇ ਵਿੱਚ ਬੋਰੇ ਭਰੇ ਪਏ ਹਨ, ਜਿਨ੍ਹਾਂ ਬਾਰੇ ਮਹਾਂਪੁਰਖ ਬਾਬਾ ਜੀ ਬਚਨ ਕਰਦੇ ਸਨ ਕਿ ਸਮਾਂ ਆਵੇਗਾ ਇਹਨਾਂ ਦੀ ਲੋੜ ਪਵੇਗੀ। ਬਾਬਾ ਜੀ ਮਹਾਹਰਨਾਮ ਸਿੰਘ ਜੀ ਤੋਂ ਬਾਅਦ, ਬਾਬਾ ਨਰੈਣ ਸਿੰਘ ਜੀ ਤੋਂ ਬਾਅਦ ਬਾਬਾ ਈਸਰ ਸਿੰਘ ਜੀ ਇਹਨਾਂ ਪੁਰਾਤਨ ਲਿਖਤਾਂ ਦੇ ਬੋਰੇ ਸੰਭਾਲਣ ਲਈ ਬਾਬਾ ਖੇਮ ਸਿੰਘ ਜੀ ਨੇ ਇੱਕ ਸਮੇਂ ਆਗਿਆ ਮੰਗੀ, ਪਰ ਆਗਿਆ ਨਹੀਂ ਮਿਲੀ। ਹੁਣ ਮੌਜੂਦਾ ਮਹਾਂਪੁਰਖ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਇਹ ਲਿਖਤਾਂ ਸੰਭਾਲਣ ਲਈ ਅਰਦਾਸ ਬੇਨਤੀ ਕੀਤੀ ਗਈ। ਆਗਿਆ ਮਿਲਣ ਉਪਰੰਤ ਬਾਬਾ ਜੀ ਵੱਲੋਂ ਇਹ ਚੁਬਾਰਾ ਖੋਲ੍ਹਿਆ ਗਿਆ। ਇਹ ਪੁਰਾਤਨ ਲਿਖਤਾਂ ਦੇਖੀਆਂ ਗਈਆਂ। ਬਾਬਾ ਜੀ ਵੱਲੋਂ ਇਹ ਲਿਖਤਾਂ ਵਾਲੇ ਪੇਪਰ ਕੰਪਿਊਟਰ ਵਿੱਚ ਰੱਖੇ ਗਏ ਹਨ ਤਾਂ ਜੋ ਇਹਨਾਂ ਦੀ ਸੇਵਾ ਸੰਭਾਲ ਹੋ ਸਕੇ। ਇਹਨਾਂ ਲਿਖਤਾਂ ਵਿੱਚੋਂ ਕੁਝ ਸਾਖੀਆਂ 13ਵੇਂ ਭਾਗ ਵਿੱਚ ਛਾਪਣ ਲਈ ਤਿਆਰ ਕੀਤੀਆਂ ਜਾ ਰਹੀਆਂ ਹਨ। ਜਨਮ ਕਾਲ ਕਰ ਜੋੜ ਹੁਕਮ, ਜੋ ਹੋਏ ਸੋ ਮੰਨੇ। ਉਪਜ ਅਤੇ ਬਿੰਸ ਦੋਵੇਂ ਕਾਰਜ ਪਰਮੇਸ਼ਰ ਦੇ ਹੁਕਮ ਵਿੱਚ ਹਨ। ਵਰਤਮਾਨ ਯੁੱਗ ਵਿੱਚ ਵੀ ਇਹਨਾਂ ਦੋਵਾਂ ਕਾਰਜਾਂ ਅੱਗੇ ਸਾਇੰਸ ਹਥਿਆਰ ਸੁੱਟ ਦਿੰਦਾ ਹੈ। ਕਿਸੇ ਪ੍ਰਾਣੀ ਜੀਵ ਦੀ ਉਤਪਤੀ ਸ੍ਰਿਸ਼ਟੀ ਸਾਜਨਾ ਦੇ ਹੁਕਮ ਦੀ ਪਛਾਣ ਹੈ, ਪਰ ਜੇ ਕਲਯੁਗੀ ਮਨੁੱਖ ਇਸ ਨੂੰ ਸਮਝ ਲਵੇ ਤਾਂ ਹੰਕਾਰ ਦੀਆਂ ਸੀੜੀਆਂ ਤੋਂ ਲਾਂਭੇ ਹੋ ਜਾਵੇ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁਝੇ, ਤਾਂ ਹਉਮੈ ਕਹੇ ਨ ਕੋਏ।
ਸਿਆਣੇ ਆਖਦੇ ਹਨ ਕਿ ਧਰਤੀ ਨੂੰ ਆਦਮੀ ਦਾ ਭਾਰ ਅਰਥੀ ਪਿੱਛੇ ਜਾਂਦੇ ਦਾ ਲੱਗਦਾ ਹੈ, ਨਹੀਂ ਤਾਂ ਆਦਮੀ ਹਉਮੈ ਦਾ ਮਰੀਜ਼ ਹੋਇਆ ਧਰਤੀ ਦੀ ਕੰਢ ਤੋਂ ਉੱਪਰ ਹੀ ਤੜਪਦਾ ਫਿਰਦਾ ਹੈ। ਜਿਸ ਨੇ ਹੁਕਮ ਦੇ ਪੈਰ ਪੂਜੇ ਉਸ ਲਈ ਖੁਸ਼ੀ ਗਮੀ ਇੱਕ ਸਮਾਨ ਹੈ। ਭਾਈ ਵਰਿਆਮ ਸਿੰਘ ਜੀ ਸੇਵਾਦਾਰ ਨੂੰ ਵੀ ਹੁਕਮ ਦੀ ਚਰਨ ਛੋਹ ਪ੍ਰਾਪਤ ਸੀ। ਭਾਈ ਵਰਿਆਮ ਸਿੰਘ ਜੀ ਦੇ ਤਾਇਆ ਜੀ ਦੀ ਇੱਕ ਲੜਕੀ ਆਸ ਕੌਰ ਤੇ ਇੱਕ ਲੜਕਾ ਜੀਤ ਸਿੰਘ ਸੀ। ਆਸ ਕੌਰ ਪੂਲੇ ਵਿਆਹੀ ਹੋਈ ਸੀ। ਬੀਬੀ ਨੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਤਾਂ ਆਪ ਬਹੁਤ ਬਿਮਾਰ ਹੋ ਗਈ। ਹਾਲਤ ਗੰਭੀਰ ਹੁੰਦੀ ਗਈ। ਅੱਧੀ ਰਾਤ ਦਾ ਸਮਾਂ ਸੀ। ਜੀਤ ਸਿੰਘ ਤੇ ਭਾਈ ਵਰਿਆਮ ਸਿੰਘ ਬਾਬਾ ਜੀ ਪਾਸ ਆਏ। ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਸਾਡੀ ਭੈਣ ਬਹੁਤ ਬਿਮਾਰ ਹੈ, ਉਮੀਦ ਤੋਂ ਬਾਹਰ ਹੈ, ਕਿਰਪਾ ਕਰੋ। ਬਾਬਾ ਜੀ ਨੇ ਬਚਨ ਕੀਤਾ, ਕੰਨਿਆ ਤਾਂ ਜਾਏਗੀ। ਭਾਈ ਜੀ ਨੇ ਫਿਰ ਫਰਿਆਦ ਕਰੀ, ਗਰੀਬ ਨਵਾਜ ਜ਼ਰੂਰ ਕਿਰਪਾ ਕਰੋ, ਰਹਿਮਤ ਦੇ ਘਰ ਆਓ, ਜਾਨ ਬਖਸ਼ਿਸ਼ ਕਰੋ। ਹਜੂਰ ਨੇ ਕੁਛ ਰੁਕ ਕੇ ਫਰਮਾਇਆ, ਇੱਕ ਤਰਕੀਬ ਹੈ ਕਿ ਉਸ ਦੀ ਜਗ੍ਹਾ ਕੋਈ ਹੋਰ ਜਾਏਗਾ। ਜੀਤ ਸਿੰਘ ਨੇ ਝੱਟ ਉੱਤਰ ਦਿੱਤਾ, ਦੀਨ ਦਿਆਲ ਮੈਂ ਤਿਆਰ ਹਾਂ। ਫੇਰ ਸੋਚ ਲੈ, ਇਹ ਬਹੁਤ ਮੁਸ਼ਕਿਲ ਕੰਮ ਹੈ। ਹਜੂਰ ਨੇ ਪਰਖਿਆ, ਮੈਂ ਤਿਆਰ ਹਾਂ। ਚੰਗਾ, ਸੁੱਧ ਹੈ। ਘਰ ਚਲੇ ਜਾਓ, ਲੜਕੀ ਠੀਕ ਹੈ। ਘਰ ਆਏ ਤਾਂ ਲੜਕੀ ਤੰਦਰੁਸਤ ਸੀ। ਸਮਾਂ ਲੰਘਦਿਆਂ 1.5 ਸਾਲ ਬੀਤ ਗਿਆ। ਲੜਕੀ ਦੀ ਜਾਨ ਬਖਸ਼ਣ ਸਮੇਂ ਜੋ ਬਚਨ ਹੋਇਆ ਸੀ ਉਸ ਨੂੰ ਸਾਰੇ ਪਰਿਵਾਰ ਨੇ ਵਿਸਾਰ ਦਿੱਤਾ। ਜੀਤ ਸਿੰਘ ਪੋਹ ਦੇ ਮਹੀਨੇ ਖੇਤ ਵਿੱਚ ਰਾਖੀ ਪਿਆ ਕਰਦਾ ਸੀ। ਖੇਤ ਪਿੰਡ ਦੇ ਨਾਲ ਹੀ ਭਾਈ ਦਿਆਲ ਦਾਸ ਦੀ ਸਮਾਧ ਕੋਲ ਸੀ। ਭਾਈ ਵਰਿਆਮ ਸਿੰਘ ਦਾ ਪਰਿਵਾਰ ਬੀਬੀ ਕਰਮ ਕੌਰ, ਜੋ ਭਾਈ ਦਿਆਲ ਦਾਸ ਦੀ ਪੋਤਰੀ ਸੀ, ਨੇ ਪਾਠੀ ਦੇ ਤੌਰ 'ਤੇ ਲਿਆਂਦਾ ਸੀ। ਸਮਾਧ ਦੇ ਨਾਲ ਹੀ ਇਹਨਾਂ ਨੂੰ ਖੇਤ ਦਿੱਤਾ ਸੀ। ਅਚਾਨਕ ਹੀ ਜੀਤ ਸਿੰਘ ਦੇ ਪੈਰ ਉੱਪਰ ਕਿਸੇ ਚੀਜ਼ ਨੇ ਚੱਕ ਮਾਰਿਆ। ਤੀਲੀ ਬਾਲ ਕੇ ਉਸਨੇ ਦੇਖਿਆ ਤਾਂ ਸੱਪ ਸੀ। ਉਹ ਸਮਝ ਗਿਆ ਕਿ ਇਸ ਨੇ ਡੰਗ ਮਾਰਿਆ ਹੈ। ਘਰ ਆ ਕੇ ਭਾਈ ਜੀ ਨੂੰ ਸਾਥ ਲੈ ਕੇ ਬਾਬਾ ਜੀ ਪਾਸ ਆ ਗਿਆ। ਬਾਬਾ ਜੀ ਨੇ ਪੁੱਛਿਆ, ਇਸ ਵੇਲੇ ਭਾਈ ਜੀ? ਹਜੂਰ, ਜੀਤ ਸਿੰਘ ਦੇ ਸੱਪ ਲੜ ਗਿਆ ਹੈ। ਭਾਈ ਜੀ ਨੇ ਤਕਲੀਫ ਦੱਸੀ। ਬਾਬਾ ਜੀ ਨੇ ਹੁਕਮ ਕੀਤਾ, ਜੀਤ ਸਿੰਘ ਜਪਜੀ ਸਾਹਿਬ ਦਾ ਪਾਠ ਕਰੋ। ਜੀਤ ਸਿੰਘ ਨੇ ਪਾਠ ਸ਼ੁਰੂ ਕੀਤਾ। ਪੜ੍ਹਦੇ ਪੜ੍ਹਦੇ ਜ਼ੁਬਾਨ ਰੁਕਣ ਲੱਗ ਪਈ। ਉਸਨੇ ਕਿਹਾ, ਮਹਾਰਾਜ ਮੇਰੇ ਕੋਲ ਬੋਲਿਆ ਨਹੀਂ ਜਾਂਦਾ, ਮੈਨੂੰ ਆਪ ਜੀ ਦੇ ਚਰਨ ਛੂਹ ਲੈਣ ਦਿਓ। ਬਾਬਾ ਜੀ ਨੇ ਕੋਈ ਉੱਤਰ ਨਾ ਦਿੱਤਾ। ਜੀਤ ਸਿੰਘ ਸਰੀਰ 5 ਭੂਤਕ ਚੋਲਾ ਛੱਡ ਗਿਆ। ਬਾਬਾ ਜੀ ਨੇ ਹੁਕਮ ਕੀਤਾ, ਇਸ ਨੂੰ ਘਰ ਲੈ ਜਾਓ। ਇਸ ਗੱਲ ਤੋਂ ਭਾਈ ਵਰਿਆਮ ਸਿੰਘ ਦਾ ਪਰਿਵਾਰ ਗੁੱਸੇ ਹੋ ਗਿਆ ਅਤੇ ਬਾਬਾ ਜੀ ਕੋਲ ਆਉਣਾ ਛੱਡ ਦਿੱਤਾ। ਨਾਰਾਜ਼ਗੀ ਦਾ ਦੌਰ 1 ਸਾਲ ਚੱਲਦਾ ਰਿਹਾ। ਇਕਰਾਰਨਾਮੇ ਉੱਪਰ ਅਮਲ ਦੀ ਤਾਮੀਲ ਕਰਨੀ ਅੱਖੋਂ ਪਰੋਖੇ ਕਰ ਰੱਖੀ ਸੀ। ਇੱਕ ਦਿਨ ਹਜੂਰ ਨੇ ਇੱਕ ਸੇਵਕ ਭੇਜ ਕੇ ਵਰਿਆਮ ਸਿੰਘ ਨੂੰ ਬੁਲਾਇਆ। ਭਾਈ ਜੀ ਆ ਗਏ। ਬਾਬਾ ਜੀ ਨੇ ਬਚਨ ਕੀਤਾ, ਭਾਈ ਜੀ ਕੀ ਗੱਲ ਹੋ ਗਈ? ਆਉਣਾ ਹੀ ਛੱਡ ਦਿੱਤਾ, ਕੀ ਨਾਰਾਜ਼ਗੀ ਹੈ? ਭਾਈ ਜੀ ਨੇ ਉੱਤਰ ਦਿੱਤਾ, ਮਹਾਰਾਜ ਅਸੀਂ ਸਾਰਾ ਪਰਿਵਾਰ ਆਪ ਜੀ ਦੇ ਸੇਵਕ ਹਾਂ। ਜੋ ਹੁਕਮ ਹੁੰਦਾ ਹੈ ਮੰਨਦੇ ਹਾਂ। ਮੈਂ ਹੁਕਮ ਅਨੁਸਾਰ ਹਲ ਚਲਾਉਂਦੇ ਸਮੇਂ ਵੀ ਜਪਜੀ ਸਾਹਿਬ ਦਾ ਪਾਠ ਕਰਦਾ ਹਾਂ। ਆਪ ਜੀ ਦੇ ਹੁਕਮ ਦੀ ਅਦੂਲੀ ਨਹੀਂ ਕੀਤੀ। ਪਰ ਫੇਰ ਵੀ ਸਾਡੇ ਜੀਤ ਸਿੰਘ ਦੀ ਮੌਤ ਦਾ ਭਾਣਾ ਕਿਉਂ ਵਰਤਿਆ? ਆਪ ਜੀ ਨੇ ਫਰਿਆਦ ਨਹੀਂ ਸੁਣੀ। ਸੁਣ ਉਪਰੰਤ ਹਜੂਰ ਨੇ ਬਚਨ ਕੀਤਾ, ਬੀਬੀ ਦੀ ਥਾਂ ਜੀਤ ਸਿੰਘ ਨੇ ਜਾਣ ਦਾ ਇਕਰਾਰ ਕੀਤਾ ਸੀ।
ਇਸ 'ਤੇ ਜਾਣ ਦਾ ਸਮਾਂ ਅਸੀਂ ਆਪਣੀ ਉਮਰ ਵਿੱਚੋਂ 1.5 ਸਾਲ ਦੇ ਕੇ ਵਧਾਇਆ ਸੀ। ਇਸ ਨੇ ਉਸ ਦੀ ਥਾਂ 'ਤੇ ਜਾਣਾ ਸੀ, ਸੋ ਚਲਾ ਗਿਆ। ਅਖੀਰ ਸਮੇਂ ਉਸ ਨੂੰ ਬਾਣੀ ਪੜ੍ਹਨ ਲਾ ਦਿੱਤਾ ਸੀ। ਅੰਤ ਸਮੇਂ ਬਾਣੀ ਪੜ੍ਹਨ ਸੁਣਨ ਦਾ ਕੀ ਲਾਭ ਹੈ, ਇਸ ਤੋਂ ਤੂੰ ਭਲੀ ਭਾਂਤ ਜਾਣੂ ਹੈ। ਭਾਈ ਵਰਿਆਮ ਸਿੰਘ ਚਰਨਾਂ 'ਤੇ ਢਹਿ ਪਿਆ ਤੇ ਅਰਜ਼ ਗੁਜ਼ਾਰੀ, ਮਹਾਰਾਜ ਬਖਸ਼ ਲਓ, ਅਸੀਂ ਕਲਜੀਵੀ ਜੀਵ ਭੁੱਲਣਹਾਰ ਹਾਂ। ਚੰਗਾ ਹੁਣ ਸੇਵਾ ਵਿੱਚ ਆਇਆ ਕਰ। ਹੁਣ ਤੇਰੇ ਇੱਕ ਪੁੱਤਰ ਚੰਦਾ ਸਿੰਘ ਹੈ, ਇਸ ਦੇ ਕਈ ਚੰਦੇ ਹੋ ਜਾਣਗੇ, ਉਦਾਸ ਨਹੀਂ ਹੋਣਾ। ਫਿਰ ਭਾਈ ਵਰਿਆਮ ਸਿੰਘ ਹਜ਼ੂਰੀ ਸੇਵਾਦਾਰ ਬਣ ਗਿਆ। ਇਹ ਬਚਨ ਜੋਗਿੰਦਰ ਸਿੰਘ ਢਿੱਲੋਂ ਤੋਂ ਪ੍ਰਾਪਤ ਹੋਇਆ। ਕਬੀਰ ਹੰਸ ਉਡਿਓ ਤਨ ਗਾਢਿਓ, ਸੋ ਝਾਈ ਸੈ ਨਾਹ, ਅਜਹੂ ਜੀਉ ਨ ਛੋਡਈ, ਰੰਕਾਈ ਨੈ ਨਾਹ। ਬਚਪਨ, ਜਵਾਨੀ ਤੇ ਬੁਢਾਪਾ, ਤਿੰਨਾਂ ਅਵਸਥਾ ਵਿੱਚੋਂ ਕਰਮਯੋਗ ਦੀ ਭੱਠੀ ਦਾ ਸੇਕ ਝੱਲਦਾ ਇਨਸਾਨ ਦਰਗਾਹੀ ਦਰਵਾਜ਼ੇ ਅੱਗੇ ਜਾ ਖੜਦਾ ਹੈ। ਸਰੀਰਕ ਕਿਰਿਆ ਇੰਦਰੇ ਡੁੱਬਦੇ ਸੂਰਜ ਦੀ ਰੋਸ਼ਨੀ ਦੀ ਤਰ੍ਹਾਂ ਮੱਧਮ ਪੈ ਜਾਂਦੀ ਹੈ। ਆਤਮਾ ਜੋ ਇੱਕੋ ਹੀ ਅਵਸਥਾ ਵਿੱਚ ਚਰਨਜੀਵੀ ਰਹਿੰਦੀ ਹੈ, ਸਰੀਰਕ ਕਿਲੇਬੰਦੀ ਤੋੜਨ ਲਈ ਤਤਪਰ ਖੜੀ ਹੈ। ਜਿਉਣ ਦੀ ਲਾਲਸਾ ਦੁਨਿਆਵੀ ਕਾਰ ਵਿਹਾਰ ਲਈ ਵੀ ਨਹੀਂ ਗਵਾਈ। ਪਦਾਰਥਾਂ ਦੀ ਮੰਗ ਇੱਕ ਕੰਗਾਲ ਮੰਗਤੇ ਦੀ ਨਿਆਈ ਬੇਸ਼ੁਮਾਰ ਹੈ। ਮੈਲੀ ਹੋਈ ਆਤਮਾ ਲਈ ਸਾਬਣ ਦਾ ਵਣਜ ਨਹੀਂ ਕੀਤਾ। ਸਵੈ ਇੱਛਾ, ਸਵੈ ਮਾਨ ਪ੍ਰਾਪਤ ਕੀਤਾ ਲੋਕ ਜਸ ਲਈ। ਪਰਲੋਕ ਦੀ ਨਾਵ ਕਿਸ਼ਤੀ ਕਿਨਾਰੇ ਤੋਂ ਹਿਲਾਉਣ ਲਈ ਚੱਪੂ ਵੀ ਨਹੀਂ ਮਾਰਿਆ। ਪ੍ਰਭੂ ਦੇ ਹਰਿਨਾਮਾਂ ਮਹਾਂਪੁਰਖਾਂ ਦੀ ਸੇਵਾ ਕੀਤੀ ਤਾਂ ਵੀ ਮਨ ਵਿੱਚ ਕੁਝ ਆਸਾ ਤ੍ਰਿਸ਼ਨਾ ਰੱਖ ਕੇ ਮੁਕਤੀ ਨਹੀਂ ਮੰਗੀ। ਪਦਾਰਥਾਂ ਦੇ ਅੰਬਾਰ ਅੰਦਰ ਖੱਡਾ ਖੋਦਿਆ ਹੈ। ਅੰਧੇਰੇ ਵਿੱਚ ਅਲੋਪ ਹੋਣ ਵਾਲੀ ਛਾਇਆ ਦਾ ਪੱਲਾ ਫੜਿਆ, ਪ੍ਰਕਾਸ਼ ਵੱਲ ਹੱਥ ਨਹੀਂ ਵਧਾਇਆ। ਬਾਬਾ ਜੀ ਦੀ ਹਜ਼ੂਰੀ ਅੰਦਰ ਇੱਕ ਮਾਈ ਇਸੇ ਹੀ ਪਿੰਡ ਦੀ ਨਿਤਨੇਮ ਸੇਵਾ ਕਰਦੀ ਸੀ। ਵੱਡੇ ਵੱਡੇ ਮੱਟ ਰੋਜ਼ ਪਾਣੀ ਦੇ ਭਰਨੇ ਅਤੇ ਜੇ ਕਿਸੇ ਚੀਜ਼ ਦੀ ਲੋੜ ਹੋਣੀ ਹੁਕਮ ਅਨੁਸਾਰ ਘਰੋਂ ਬਣਾ ਕੇ ਲੈ ਆਉਣੀ। ਕਦੇ ਕਦੇ ਮਾਈ ਦੇ ਪੁੱਤਰ ਸਰਵਣ ਸਿੰਘ ਅਤੇ ਲਾਲ ਸਿੰਘ ਨੰਬਰਦਾਰ ਵੀ ਦੁੱਧ ਲੈ ਕੇ ਆ ਜਾਂਦੇ ਸਨ। ਮਾਈ ਦਾ ਪਤੀ ਹੀਰਾ ਸਿੰਘ ਵਿਛੋੜਾ ਦੇ ਗਿਆ ਸੀ। ਇੱਕ ਦਿਨ ਮਾਈ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਮੇਰੇ ਪਤੀ ਨਾਲ ਮੇਰੀਆਂ ਗੱਲਾਂ ਕਰਾਓ। ਨਿੱਕੇ ਬੱਚੇ ਛੱਡ ਗਿਆ ਹੈ, ਮੈਂ ਉਸ ਨਾਲ ਲੜਨਾ ਹੈ। ਮਾਈ ਤੇਰਾ ਸੰਬੰਧ ਉਸ ਨਾਲ ਉਤਨਾ ਹੀ ਸੀ ਜਿੰਨੀ ਦੇਰ ਉਹ ਸਰੀਰ ਕਰਕੇ ਸੀ। ਹੁਣ ਉਸ ਨਾਲ ਕੋਈ ਸੰਬੰਧ ਨਹੀਂ, ਉਸ ਨੂੰ ਯਾਦ ਕਰਨਾ ਛੱਡ ਦੇ। ਹਜ਼ੂਰ ਬਾਬਾ ਜੀ ਦੀ ਤਾਕੀਦ ਸੀ। ਕਈ ਵਾਰ ਬੇਨਤੀ ਕੀਤੀ ਪਰ ਹਜ਼ੂਰ ਚੁੱਪ ਕਰ ਜਾਣ। ਇੱਕ ਦਿਨ ਖੁਸ਼ੀ ਵਿੱਚ ਆ ਕੇ ਪੁੱਛਣ ਲੱਗੇ, ਕਿਉਂ ਮਾਈ ਫਿਰ ਕਰਾਈਏ ਗੱਲਾਂ? ਮਾਈ ਕਹਿਣ ਲੱਗੀ, ਗਰੀਬ ਨਵਾਜ਼ ਕਰਾਓ। ਕਰੀਰ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਜਾ ਉੱਥੇ ਜਾ ਕੇ ਲੇਟ ਜਾ। ਮਾਈ ਉੱਥੇ ਪੈ ਗਈ। ਥੋੜ੍ਹੀ ਦੇਰ ਬਾਅਦ ਨੀਂਦ ਆ ਗਈ। ਉਸ ਨੇ ਦੇਖਿਆ ਕਿ ਮੈਂ ਭੁੱਚੋ ਵੱਲ ਜਾ ਰਹੀ ਹਾਂ। ਰਸਤੇ ਵਿੱਚ ਫਤੀਆ ਨਾਮੀ ਜੁਲਾਇਆਂ ਦਾ ਮੁੰਡਾ ਜੋ ਮਰਿਆ ਹੋਇਆ ਸੀ, ਪਲੰਘ ਲੈ ਕੇ ਖੜਾ ਹੋਇਆ। ਮਾਈ ਨੇ ਉਸ ਨੂੰ ਪੁੱਛਿਆ ਕਿ ਤੂੰ ਕਿੱਥੇ ਰਹਿੰਦਾ ਹੈ? ਉਸ ਨੇ ਉੱਤਰ ਦਿੱਤਾ, ਮੈਂ ਇੱਥੇ ਜਵਾਂ ਦੀ ਰਾਖੀ ਵਾਸਤੇ ਖੇਤ ਰਹਿੰਦਾ ਹਾਂ। ਫਤੀਆ ਨੇ ਮਾਈ ਨੂੰ ਕਿਹਾ ਕਿ ਸਾਡੇ ਘਰ ਸੁਨੇਹਾ ਦੇਈਂ, ਸੰਧੂਆਂ ਨਾਲ ਲੱਗਦੀ ਸਾਡੀ ਸਵਾਤ ਵਿੱਚ ਇੱਕ ਕੋਠੀ ਹੈ। ਉਸ ਵਿੱਚ ਮੇਰੀ ਕਾਲੀ ਸੂਫ ਦੀ ਜੈਕਟ ਦੀ ਫਟੀ ਜੇਬ ਦੇ ਲੜ 2 ਰੁਪਏ ਬੰਨੇ ਹੋਏ ਹਨ। ਉਹ ਰੁਪਏ ਮੇਰੀ ਮਾਂ ਤੇ ਭੈਣ ਨੂੰ ਕਹਿਣਾ ਕਾਜੀ ਨੂੰ ਰੋਟੀ ਖਵਾ ਕੇ ਦਾਨ ਦੇ ਦੇਣ।
ਸਾਡੇ ਘਰ ਦੇ ਪਿਛਲੇ ਪਾਸੇ ਪਾਣੀ ਦਾ ਘੜਾ ਭਰ ਕੇ ਵਣ ਦੇ ਹੇਠ ਰੱਖ ਦੇਣ, ਮਿੱਟੀ ਦੇ ਭਾਂਡੇ ਨਾਲ ਢੱਕ ਦੇਣਾ। ਮੈਂ ਪਾਣੀ ਪੀਂਦਾ ਰਹਾਂਗਾ, ਘੜਾ ਖਾਲੀ ਨਹੀਂ ਹੋਣ ਦੇਣਾ। ਜਦ ਮਾਈ ਅੱਗੇ ਆਈ ਤਾਂ ਗਿੱਲ ਪੱਤੀ ਦੀ ਸ਼ਮਸ਼ਾਨ ਘਾਟ ਆ ਗਈ। ਵੇਖਦੀ ਹੈ ਕਿ ਹੀਰਾ ਸਿੰਘ ਦੇ ਵੱਡੇ ਭਰਾ ਦਰਬਾਰਾ ਸਿੰਘ ਦੀ ਘੋੜੀ ਕਰੀਰ ਨਾਲ ਬੰਨੀ ਖੜੀ ਹੈ। ਉਹ ਦੇਖਦੇ ਹੀ ਮਾਈ ਦੇ ਪਿੱਛੇ ਸੋਟੀ ਲੈ ਕੇ ਪੈ ਗਿਆ ਤੇ ਬੋਲਿਆ, ਤੈਨੂੰ ਬੱਚਿਆਂ ਕੋਲ ਛੱਡਿਆ ਸੀ, ਇੱਥੇ ਕੀ ਲੈਣ ਆਈ ਹੈ? ਜਾ ਕੇ ਬੱਚੇ ਸੰਭਾਲ। ਮਾਈ ਡਰ ਗਈ ਤਾਂ ਅੱਖ ਖੁੱਲ੍ਹ ਗਈ। ਮਾਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀ ਉੱਠ ਬੈਠੀ। ਬਾਬਾ ਜੀ ਪਾਸ ਆ ਕੇ ਖਿਮਾ ਮੰਗੀ ਅਤੇ ਗਲਤੀ ਬਖਸ਼ਾ ਕੇ ਆਗਿਆ ਲੈ ਕੇ ਚਲੀ ਗਈ। ਰਸਤੇ ਵਿੱਚ ਜਾਂਦੀ ਨੇ ਫਤੀਏ ਦੇ ਘਰ ਸੁਨੇਹਾ ਦੇ ਦਿੱਤਾ। ਉਸ ਦੇ ਘਰ ਵਾਲਿਆਂ ਨੇ ਸਭ ਕੁਝ ਦੇਖਿਆ ਤਾਂ ਉਹੀ ਹੋਇਆ ਜੋ ਮਾਈ ਨੇ ਦੱਸਿਆ ਸੀ। ਇਹ ਕੌਤਕ ਚੰਦਾ ਸਿੰਘ ਆਪਣੀ ਦਾਦੀ ਤੋਂ ਸੁਣਿਆ ਕਰਦੇ ਸਨ। ਇਹ ਪ੍ਰਸੰਗ ਚੰਦਾ ਸਿੰਘ ਗਿੱਲ ਪੱਤੀ ਭੁੱਚੋ ਕਲਾਂ ਤੋਂ ਪ੍ਰਾਪਤ ਹੋਇਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।